एक पैंडा जाए चल चरण शरण। चरण शरण गोर एक पैंडा जाए चल सत गोर कोट हो सत गोर कोट पैंडा आगे हुए लेत है चरण शरण। एक बार सब गोर मंत्र स्मरण मातर। एक बार सब गोर मंत्र स्मरण मातर शरण ताए हो सिमरन ताए और बार घोर हेत है
ਭਾਰਤੀਏ ਭਗਤਾਂ ਤੇ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਗੁਰਤਾ ਗੱਦੀ ਤੇ ਸਬਾਏਮਾਨ ਹਲਤ ਪਲਤ ਰੱਖਿਅਕ ਸਤਿਗੁਰੂ ਗੁਰਦੇਵ ਪਿਤਾ ਦੇ ਪਾਵਨ ਚਰਨਾਂ ਜੁੜ ਬੈਠੇ ਸਤਸੰਗੀ ਜਨੋ, ਸੇਵਕ ਜਥੇ ਦੀ ਹਾਜ਼ਰੀ ਦਰ ਪ੍ਰਵਾਨ ਕਰਦੇ ਹੋਏ ਸਰਬੱਤ ਸੰਗਤ ਪਿਆਰ ਵਿੱਚ ਆਓ ਤੇ ਗੱਜ ਕੇ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਈ ਦਿਨਾਂ ਤੋਂ ਆਪ ਸੰਗਤਾਂ ਦੇ ਨਾਲ ਛੱਡੀ ਹੋਈ ਇਤਿਹਾਸਕ ਲੜੀ ਨੂੰ ਅੱਜ ਦੇ ਦੀਵਾਨ ਵਿੱਚ ਦਾਸ ਫੇਰ ਪ੍ਰਾਰੰਭ ਕਰਨਾ ਚਾਹੁੰਦਾ ਹੈ, ਤਾਂ ਕਿ ਆਉਣ ਵਾਲੇ ਦੀਵਾਨਾਂ 'ਚ ਇਸ ਲੜੀ ਦਾ ਰਿਜ਼ਲਟ ਕੱਢ ਕੇ ਆਪ ਸੰਗਤਾਂ ਦੇ ਪਾਸੋਂ ਖਿਮਾ ਦੇ ਜਾਚਕ ਹੋ ਸਕੀਏ। ਲੜੀ ਜੋੜਨ ਵਾਸਤੇ ਮੈਂ ਥੋੜਾ ਜਿਹਾ ਪਿੱਛੇ ਜਾਣਾ ਚਾਹੁੰਦਾ ਹਾਂ। ਤੁਸਾਂ ਨੇ ਸਰਵਣ ਕੀਤਾ ਸਭਰਾਵਾਂ ਦਾ ਮੈਦਾਨੇ ਜੰਗ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਸ਼ਹਾਦਤ ਤੋਂ ਬਾਅਦ ਅੰਗਰੇਜ਼ਾਂ ਦੇ ਹੱਥ ਵਿੱਚ ਆਇਆ। ਫਿਰ ਉਹ ਲਾਹੌਰ ਵਿੱਚ ਦਾਖਲ ਹੋਏ। ਫਿਰ ਉਹਨਾਂ ਦੀਆਂ ਆਪਣੀਆਂ ਸ਼ਰਤਾਂ, ਆਪਣੇ ਕਾਨੂੰਨ, ਆਪਣਾ ਹੀ ਸਭ ਕੁਝ। ਨਾਮ ਤਰੀਕ ਬਾਦਸ਼ਾਹ ਉਹਨਾਂ ਨੇ ਪੰਜਾਬ ਦੇ ਮਹਾਰਾਜਾ ਦਲੀਪ ਸਿੰਘ ਨੂੰ ਉਸੇ ਤਰ੍ਹਾਂ ਹੀ ਰਹਿਣ ਦਿੱਤਾ। ਪਰ ਮਹਾਰਾਜਾ ਦਲੀਪ ਸਿੰਘ ਦੇ ਕੋਲ ਤਾਕਤ ਕੋਈ ਨਹੀਂ ਸੀ। ਉਹ ਨਾਮ ਦੇ ਬਾਦਸ਼ਾਹ ਸਨ, ਕਾਨੂੰਨ ਸਾਰਾ ਅੰਗਰੇਜ਼ ਦਾ ਚੱਲਦਾ ਸੀ। ਹੁਣ ਮਹਾਰਾਣੀ ਜਿੰਦ ਕੌਰਾਂ ਕਿਉਂਕਿ ਬਹੁਤ ਨੀਤੀਵਾਨ ਸਨ, ਸਮਝਦੇ ਸਨ ਕਿ ਇਹਨਾਂ ਬੇਈਮਾਨਾਂ ਨੇ ਆਹਿਸਤਾ ਆਹਿਸਤਾ ਮੇਰੇ ਪੁੱਤਰ ਦਾ ਰਾਜ ਭਾਗ, ਮੇਰੇ ਪਤੀ ਦਾ ਰਾਜ ਭਾਗ, ਪੰਜਾਬੀਆਂ ਦਾ ਰਾਜ ਭਾਗ ਸਾਡੇ ਪਾਸੋਂ ਖੋਹ ਲੈਣਾ ਹੈ। ਉਹ ਮਹਾਰਾਜਾ ਦਲੀਪ ਸਿੰਘ ਨੂੰ ਯੋਗ ਸਿੱਖਿਆ ਦੇ ਰਹੇ ਸਨ, ਚੰਗਾ ਟ੍ਰੇਨਡ ਕਰ ਰਹੇ ਸਨ, ਤੇ ਅੰਗਰੇਜ਼ਾਂ ਨੂੰ ਇਹ ਚੰਗਾ ਨਹੀਂ ਸੀ ਲੱਗਦਾ ਕਿ ਮਹਾਰਾਣੀ ਜਿੰਦ ਕੌਰਾਂ ਸਰਦਾਰ ਦਲੀਪ ਸਿੰਘ ਨੂੰ ਕੋਈ ਐਸੀ ਨੇਕ ਮਤ ਦੇਣ ਜਿਹਦੇ ਨਾਲ ਉਹ ਸਾਡੇ ਹੱਥੋਂ ਮੋਹਰਾ ਖਤਮ ਹੋ ਜਾਵੇ, ਨਿਕਲ ਜਾਵੇ। ਜਿਹਦੇ ਇਵਜ਼ ਵਿੱਚ ਮਹਾਰਾਣੀ ਜਿੰਦ ਕੌਰਾਂ ਨੂੰ ਲਾਹੌਰ ਦੇ ਕਿਲੇ ਚੋਂ ਦਸਤਬਰਦਾਰ ਇਸ ਕਰਕੇ ਕਰ ਦਿੱਤਾ ਗਿਆ ਕਿ ਮਹਾਰਾਣੀ ਜਿੰਦ ਕੌਰਾਂ ਆਪਣੇ ਪੁੱਤਰ ਦੇ ਜੋ ਅਸੀਂ ਟ੍ਰੇਨਿੰਗ ਦੇਣੀ ਚਾਹੁੰਦੇ ਹਾਂ, ਸਿੱਖਿਆ ਦੇਣੀ ਚਾਹੁੰਦੇ ਹਾਂ, ਉਹਦੇ ਵਿੱਚ ਵਿਘਨ ਪਾ ਰਹੀ ਹੈ। 19 ਅਗਸਤ 1847 ਈਸਵੀ ਨੂੰ ਅੰਮ੍ਰਿਤ ਵੇਲੇ ਮਹਾਰਾਣੀ ਜਿੰਦ ਕੌਰਾਂ ਨੂੰ ਲਾਹੌਰ ਦੇ ਕਿਲੇ ਚੋਂ ਦਸਤਬਰਦਾਰ ਕਰ ਦਿੱਤਾ ਗਿਆ। ਪੰਜਾਬੀਆਂ ਦੇ ਬਾਦਸ਼ਾਹ ਨੂੰ ਸੈਰ ਦੇ ਬਹਾਨੇ ਸਰਦਾਰ ਗੁਲਾਬ ਸਿੰਘ ਅਟਾਰੀ ਵਾਲਾ ਲੈ ਗਿਆ ਅੰਗਰੇਜ਼ ਦੇ ਹੁਕਮ ਦੇ ਨਾਲ, ਔਰ ਮਹਾਰਾਣੀ ਜਿੰਦ ਕੌਰਾਂ ਸ਼ੇਖੂਪੁਰ ਦੇ ਕਿਲੇ 'ਚ ਪਹੁੰਚਾ ਦਿੱਤੀ ਗਈ। ਇੱਕ ਐਸਾ ਕਿਲਾ ਸੀ ਜਿਹਦੇ 'ਚ ਪਹੁੰਚਿਆ ਹੋਇਆ ਵਿਅਕਤੀ ਜਿਉਂਦੇ ਜੀ ਬਾਹਰ ਨਹੀਂ ਸੀ ਆ ਸਕਦਾ। ਇਹਦੇ ਭਣਵਈਏ ਨੂੰ ਸਰਦਾਰ ਜਵਾਲਾ ਸਿੰਘ, ਸਰਦਾਰ ਸ਼ੇਰ ਸਿੰਘ ਦਾ ਜੋ ਵਕੀਲ ਸੀ, ਉਹਨੂੰ ਧਿਆਨ ਸਿੰਘ ਡੋਗਰੇ ਨੇ ਇਸੇ ਕਿਲੇ 'ਚ ਰੱਖ ਕੇ 10 ਦਿਨ ਦੀ ਕੜੜੀ ਮਾਰ ਮਾਰ ਕੇ ਬਾਅਦ 'ਚ ਮਾਰ ਦਿੱਤਾ ਸੀ। ਮਹਾਰਾਣੀ ਜਿੰਦ ਕੌਰਾਂ ਸ਼ੇਖੂਪੁਰ ਦੇ ਕਿਲੇ 'ਚ ਪਹੁੰਚਾ ਦਿੱਤੀ ਗਈ। 19 ਜੁਲਾਈ ਸਨ 1847, 15 ਸਤੰਬਰ ਸਨ 1847 ਈਸਵੀ ਨੂੰ ਮੁਲਤਾਨ ਦੀ ਬਗਾਵਤ ਹੋਈ। ਇੱਕ ਐਸੀ ਲੜੀ ਹੈ ਜਿਹੜੀ ਇਹਦੇ ਵਿੱਚੋਂ ਪ੍ਰਾਰੰਭ ਹੁੰਦੀ ਹੈ, ਪਰ ਮੈਨੂੰ ਇੱਥੇ ਛੇੜਨਾ ਨਹੀਂ ਚਾਹੁੰਦਾ। ਇਸ ਤੋਂ ਬਾਅਦ ਸਿੱਖਾਂ ਨੇ ਇੱਕ ਵਾਰ ਫੇਰ ਆਪਣੀ ਕਿਸਮਤ ਦੇ ਦਰਵਾਜ਼ੇ ਦੇ ਉੱਤੇ ਹੱਥ ਮਾਰਨ ਦੀ ਕੋਸ਼ਿਸ਼ ਕੀਤੀ, ਸ਼ਾਇਦ ਖੁੱਲ ਜਾਵੇ। ਇਹ 4 ਲੜਾਈਆਂ ਖਾਲਸੇ ਦੀਆਂ ਫਿਰ ਅੰਗਰੇਜ਼ਾਂ ਦੇ ਨਾਲ ਦੁਬਾਰਾ ਹੋਈਆਂ, ਜਿਹਦੇ 'ਚ 3 ਜਿੱਤੀਆਂ ਔਰ 1 ਹਾਰੇ। ਇਹਨਾਂ ਨੁਕਸਾਨ ਕਰਾਉਣ ਦੇ ਬਾਵਜੂਦ ਖਾਲਸਾਈ ਫੌਜਾਂ ਨੇ 3 ਲੜਾਈਆਂ ਜਿੱਤੀਆਂ। ਇੱਕ ਵਿੱਚ ਹਾਰ ਨਸੀਬ ਹੋਈ। ਇਹ ਹਾਰ ਇਹਨੇ ਮਹਿੰਗੇ ਮੁੱਲ ਪਈ ਕਿ ਬਾਅਦ ਚ ਲਾਹੌਰ ਦੇ ਸ਼ਾਹੀ ਕਿਲੇ ਦੇ ਉੱਤੇ ਅੰਗਰੇਜ਼ਾਂ ਦਾ ਯੂਨੀਅਨ ਜੈਕ ਚੁੱਲਿਆ।
इन्हां चौहां लड़ाइयां दा वर्णन मैं इस लड़ी च तुहाडे नाल नहीं करांगा क्योंकि लंबा मजबून है। फिर कदी समा बनया इन्हां लड़ाइयां दा जिक्र विस्तारपूर्वक तुहाडे नाल करन दा यतन करांगे। होया ये जदों मुल्तान दी बगावत हुई, ये सारे दा सारा भांडा जिहड़ा सी ये महारानी जिंद कौरां दे सिर दे उत्ते भंन दित्ता गया। उन्होंने आख्या सारी चाल यही है क्योंकि लाल सिंह दा वकील महारानी जिंद कौरां नूं मिलदा सी जिहदा नाम सी साहब सिंह। अंग्रेज़ां ने उसनूं फटकार पा के दे मिलण दे उत्ते पाबंदी ला दी। महारानी जिंद कौरां दे निकदे 4 सरदार गिरफ्तार किए गए, जिहदे च दोवां नूं कान सिंह और गंगा राम नूं फांसी दी गई और दोवां नूं जेल विच पाया गया। महारानी जिंद कौरां ने अपनी पेंशन दे चों भुखे ब्राह्मणों नूं भोजन छकाया। इहदा गंभीर नोटिस अंग्रेज ने लिया और हदायत की कि साडी आग्या तो बिना महारानी जिंद कौरां किसी की तली दे उत्ते कौडी नहीं रख सकती। जो सरदारां नूं उसने तोहफे दिते हन वापस कराए गए। महारानी जिंद कौरां दे उत्ते किसी तरह की कोई आज़ादी नहीं सी। 10 महीने इस कैद च जदों महारानी जिंद कौरां रही, अंग्रेज इन्हां लड़ाइयां तो इन्ना घबरा गया। उन्होंने सोचा जेकर महारानी जिंद कौरां पंजाब की धरती उत्ते रही, अज नहीं तो कल सिख भड़कते रहणगे और साडे खिलाफ तेगा लैके मैदाने जंग च नितरते रहणगे। होवे ना ते महारानी जिंद कौरां नूं देश निकाला दे दिता जाए, देश चों कढ दिता जाए। आखिर वो दिन भी आ गया। ये बेचारी पहला पेकियां दे घर चों सहुरे आई, सहुरियां दे घर चों जेल विच आई ते जेल विचों हुण इसनूं देश चों बाहर कढण वास्ते आण के अंग्रेज ने हुक्म सुना दिता कि महारानी साहबा तुहाडे पुत्र दी भलाई दे वास्ते तुहानूं पंजाब छड्ड के जाना पवेगा, तुहानूं देश निकाले दा हुक्म दिता जाण लगा। मई सन 1848 ईस्वी नूं महारानी जिंद कौरां नूं शेखुपुर दे किले चों कढिया गया। अंग्रेज की हदायत से इसनूं बनारस पहुंचा दिता जाए। महारानी जिंद कौरां नूं जदों बेड़े च बिठा के दरिया सतलुज पार कराया गया, बेड़े च उतर के महारानी जिंद कौरां ने सदरां भरियां निगाहां दे नाल एक बार पंजाब की धरती नूं तक्किया। यो पतन है जिस पतन दे उत्ते शेरे पंजाब महाराजा रणजीत सिंह दे नाल कई बार सैर करने वास्ते आया करदी सी। दुनिया च फिरदियां होइयां कई बार कई आनंदमई ऐसे पल आउंदे हन जदों असीं अपने मन परचावे वास्ते चंगियां चंगियां थावां दे उत्ते जांदे हां। वो सानूं सुहावने दृश्य बड़े चंगे लगदे हन, लुभावने लगदे हन। वो दरियावां दियां समुद्रां दियां छल्लां सानूं चंगियां लगदियां हन, दरख्त पहाड़ चंगे लगदे हन। ओह इंसान समा बीत जावे, समा करवट लै जावे, दिन बदल जान, जदों इंसान उन्हां दृश्यां नूं दोबारा वेखेगा उस इंसान दियां चीकां निकल जांदियां हन, उहदियां धाहीं निकल जांदियां। उन्हां नज़ारिਆਂ नूं याद करके इंसान सोचदा इत्थे मेरे नाल कदी मेरा फलाना होया करदा सी, असीं आए सां, ਉਹ मेरे नाल इत्थे खलोता सी, असीं उत्थे बैठे सां, ਉਹ पत्थर दे लागे असीं फोटो खिचाई सी। ऐसियां भावनावां इंसान दियां उजागर हुंदियां हन और दुनिया च विचरदियां होया साडे सारिਆਂ नाल कदी ना कदी वापरिया होवेगा कि जिथे जाके तुसीं कदी बड़े खुश होए होवोगे उसे जगह के उत्ते जाके तुसीं कदी रज के रोए भी होवोगे। महारानी जिंद कौरां कदी पंजाब दीयां सरहदां नूं वेखण वास्ते महाराजा रणजीत सिंह नाल आया करदी सी। उन्हें दरिया चंगे लगते सन, मुल्क दीयां सरहदां चंगियां लगदियां सन, बार्डर चंगे लगते सन। पर जदों विचारी नूं बन के देश निकाले दा हुक्म दिता गया, वो बेड़ी च उतरी,
ਉਹਨੇ ਆਪਣੀ ਪੰਜਾਬ ਦੀ ਧਰਤੀ ਨੂੰ ਸਧਰਾਂ ਭਰੀਆਂ ਨਿਗਾਹਾਂ ਨਾਲ ਵੇਖਿਆ। ਉਹਦੇ ਨੇਤਰਾਂ 'ਚ ਸੌਣ ਮਾਂ ਦੀਆਂ ਨਦੀਆਂ ਵਹਿ ਤੁਰੀਆਂ। ਮਨ ਦੇ ਜਜ਼ਬਾਤ ਜੋ ਸਨ ਉਸਦੇ ਕਵੀ ਨੇ ਆਪਣੀ ਕਲਮ ਨਾਲ ਲਿਖੇ ਨੇ, ਢਾਡੀ ਸਿੰਘ ਤੁਹਾਡੇ ਨਾਲ ਸਾਂਝਾ ਕਰ ਰਹੇ ਨੇ। ਜਦੋਂ ਦੇਸ਼ ਨਿਕਾਲੇ ਦਾ ਹੁਕਮ ਹੋਇਆ, ਜਿੰਦਾ ਛੱਡ ਪੰਜਾਬ ਨੂੰ ਜਾਣ ਲੱਗੀ। ਜਦੋਂ ਦੇਸ਼ ਨੇ ਕਾਲੇ ਦਾ ਹੁਕਮ ਸੁਣਿਆ, ਦੇਸ਼ ਨੇ ਕਾਲੇ ਦਾ ਹੁਕਮ ਸੁਣਿਆ, ਰਾਣੀ ਛੱਡ ਪੰਜਾਬ ਨੂੰ ਜਾਣ ਲੱਗੀ। ਜਦੋਂ ਦੇਸ਼ ਨੇ ਕਾਲੇ ਦਾ ਹੁਕਮ ਸੁਣਿਆ, ਰਾਣੀ ਛੱਡ ਪੰਜਾਬ ਨੂੰ ਜਾਣ ਲੱਗੀ। ਖੜੀ ਹੋ ਸਤਲੁਜ ਦੇ ਕੰਢਿਆਂ ਤੇ, ਝਾਤੀ ਪਰਤ ਬਈ, ਝਾਤੀ ਪਰਤ ਬਈ, ਝਾਤੀ ਪਰਤ ਹੋਰ ਵੱਲ ਪਾਣ ਲੱਗੀ। ਖੜੀ ਹੋ ਸਤਲੁਜ ਦੇ ਕੰਢਿਆਂ ਤੇ, ਝਾਤੀ ਪਰਤ ਹੋਰ ਵੱਲ ਪਾਣ ਲੱਗੀ। ਅੰਦਰ ਹਿੱਕ ਦੇ ਲੱਗਿਆ ਲਾਂਬੂਆਂ ਨੂੰ, ਪਾਣੀ ਅੱਖਾਂ ਦਾ ਪਾ ਪਾ ਜਾਣ ਲੱਗੀ।
ਇਨਸਾਨ ਦੀ ਜ਼ਿੰਦਗੀ ਵਿੱਚ ਸੁੱਖ ਹੋਵੇ, ਕਦੀ ਦੁੱਖ ਆ ਜਾਣ, ਉਹ ਸੁੱਖਾਂ ਨੂੰ ਬੜਾ ਯਾਦ ਕਰਦਾ ਹੈ। ਦੁੱਖ ਵਿਛੋੜੇ ਵਿੱਚ ਤਬਦੀਲ ਹੋ ਜਾਣ, ਫਿਰ ਵਿਛੋੜੇ ਦੇ ਨਾਲ ਉਸ ਨੂੰ ਦੁੱਖ ਚੰਗੇ ਲੱਗਦੇ। ਉਹ ਕਹਿੰਦਾ ਮੈਂ ਆਪਣਿਆਂ ਕੋਲ ਤੇ ਸੀ, ਦੁੱਖ ਆ ਕੇ ਕੋਈ ਗੱਲ ਨਹੀਂ, ਵਿਛੋੜਾ ਤੇ ਨਹੀਂ ਸੀ ਨਾ। ਵਿਛੋੜਾ ਪੈ ਗਿਆ, ਖੁਦਾ ਨਾ ਖਾਸਤਾ ਕੋਈ ਇਨਸਾਨ ਜੇਲ੍ਹ ਵਿੱਚ ਹੈ, ਉਹ ਇੰਨੀ ਕੁ ਮਨ ਨੂੰ ਤਸੱਲੀ ਦਿੰਦਾ ਕਿ ਮੈਂ ਆਪਣਿਆਂ ਦੇ ਕੋਲ ਹਾਂ। ਆਏ ਬਗਾਏ ਮੈਨੂੰ ਕੋਈ ਆਪਣਾ ਮਿਲ ਤੇ ਜਾਂਦਾ, ਕਿਸੇ ਦੀ ਸ਼ਕਲ ਤੇ ਵੇਖ ਲੈਣਾ ਨਾ, ਮੈਂ ਕੋਈ ਸੁੱਖ ਸਾਂਦ ਦਾ ਤੇ ਪਤਾ ਲੱਗ ਜਾਂਦਾ ਨਾ। ਪਰ ਜੇਲ੍ਹ ਵੀ ਜਦੋਂ ਭਿਆਨਕ ਰੂਪ ਅਖਤਿਆਰ ਕਰ ਜਾਵੇ, ਇੱਕ ਜਗ੍ਹਾ ਤੋਂ ਕੱਢ ਕੇ ਫਿਰ ਪ੍ਰਦੇਸ਼ ਵਿੱਚ, ਜਿੱਥੇ ਸਿੱਖ ਨਾਂ ਦੀ ਕੋਈ ਚੀਜ਼ ਨਹੀਂ ਸੀ, ਨਾ ਕੋਈ ਸਿੱਖ ਸਰਦਾਰ ਲੱਭਣਾ ਸੀ, ਬੇਗਾਨਾ ਮੁਲਕ ਸੀ, ਬਨਾਰਸ ਦੀ ਧਰਤੀ ਸੀ। ਇਸ ਧਰਤੀ ਦੇ ਉੱਤੇ ਮਹਾਰਾਣੀ ਜਿੰਦ ਕੌਰਾਂ ਦਾ ਆਪਣਾ ਕੋਈ ਵੀ ਨਹੀਂ ਸੀ। ਕਹਿਣ ਨੂੰ ਉਹਨਾਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਸਨ, ਪਰ ਕੈਦੀ ਤੇ ਕੈਦੀ ਹੈ। ਪਿੰਜਰਾ ਸੋਨੇ ਦਾ ਬਣਾ ਦਿਓ, ਲੱਕੜ ਦਾ ਬਣਾ ਦਿਓ, ਲੋਹੇ ਦਾ ਬਣਾ ਦਿਓ, ਪੰਛੀ ਨੂੰ ਕੋਈ ਫਰਕ ਨਹੀਂ ਪੈਂਦਾ। ਜੇਲ੍ਹ ਜੇਲ੍ਹ ਹੀ ਹੈ। ਮਹਾਰਾਣੀ ਜਿੰਦ ਕੌਰਾਂ ਜਿੱਥੇ ਪਹਿਲਾਂ ਦੁਖੀ ਹੁੰਦੀ ਸੀ ਕਿ ਮੇਰੇ ਕੋਲ ਮੇਰਾ ਲਾਹੌਰ ਖੁੱਸ ਗਿਆ, ਹੁਣ ਦਰਿਆ ਸਤਲੁਜ ਦੇ ਕੰਢੇ ਦੇ ਉੱਤੇ ਖਲੋ ਕੇ ਸ਼ੇਖੂਪੁਰ ਦੀ ਜੇਲ੍ਹ ਨੂੰ ਰੋਣ ਲੱਗੀ। ਉਹ ਕਹਿੰਦੀ ਮੈਂ ਕਿੰਨੀ ਕੁ ਮਾੜੀ ਕਿਸਮਤ ਲਿਖਾਈ ਹੈ, ਮੇਰੇ ਕੋਲ ਆਪਣੀ ਮੇਰੀ ਜੇਲ੍ਹ ਵੀ ਖੁੱਸ ਗਈ। ਮੈਂ ਆਪਣੇ ਦੇਸ਼ ਦੀ ਜੇਲ੍ਹ ਵਿੱਚ ਤੇ ਸਾਂ ਨਾ, ਮੇਰੇ ਆਪਣੇ ਮੈਨੂੰ ਦਿਸਦੇ ਸਨ, ਸਰਦਾਰ ਨਜ਼ਰ ਆਉਂਦੇ ਸਨ, ਪਰ ਕੀਤਾ ਕੁਝ ਨਹੀਂ ਜਾ ਸਕਦਾ। ਰੋਂਦੀ ਹੋਈ, ਧਾਈ ਮਾਰਦੀ ਹੋਈ, ਉਹਦੀ ਸੁਣਨ ਵਾਲਾ ਉੱਥੇ ਕੋਈ ਨਹੀਂ ਸੀ। ਮਹਾਰਾਣੀ ਜਿੰਦ ਕੌਰਾਂ ਨੂੰ ਰੱਥ ਦੇ ਉੱਤੇ ਕੈਦ ਕਰਕੇ ਬਨਾਰਸ ਦੇ ਕਿਲੇ ਵੱਲ ਨੂੰ ਲਿਜਾਇਆ ਗਿਆ। ਕੁਝ ਦਿਨ ਦੇ ਸਫ਼ਰ ਤੋਂ ਬਾਅਦ ਮਹਾਰਾਣੀ ਜਿੰਦ ਕੌਰਾਂ ਬਨਾਰਸ ਪਹੁੰਚ ਗਈ। ਇਹ ਸਮਾਂ ਸੀ ਜਦੋਂ ਪੰਜਾਬ ਦੀ ਧਰਤੀ ਦੇ ਉੱਤੇ ਮੁਕੰਮਲ ਤੌਰ ਦੇ ਉੱਤੇ ਤਕਰੀਬਨ ਅੰਗਰੇਜ਼ਾਂ ਦਾ ਕਬਜ਼ਾ ਹੋ ਚੁੱਕਾ ਹੈ। ਉਹਨਾਂ ਨੇ ਸਾਰੇ ਨੂੰ ਆਪਣੇ ਅਧੀਨ ਕਰ ਲਿਆ ਹੈ। ਹੁਣ ਮਹਾਰਾਣੀ ਜਿੰਦ ਕੌਰਾਂ ਨੂੰ ਕੋਈ ਖਬਰ ਨਹੀਂ ਮਿਲਦੀ, ਕੋਈ ਕਿਸੇ ਤਰ੍ਹਾਂ ਦੀ ਕੋਈ ਸਾਰ ਨਹੀਂ ਮਿਲਦੀ। ਬਗਾਨੇ ਮੁਲਕ ਵਿੱਚ ਨਾ ਉਸਨੂੰ ਇਸਨੇ ਇੰਨੀ ਹਿੰਦੀ ਆਉਂਦੀ ਹੈ ਕਿ ਉਹ ਕਿਸੇ ਨਾਲ ਚੰਗੇ ਤਰੀਕੇ ਨਾਲ ਗੱਲਬਾਤ ਕਰ ਸਕੇ। ਜੇਲ੍ਹ ਵਿੱਚ ਬੈਠਿਆਂ ਦਿਨ ਕੱਟੀ ਕਰਦੀ। ਕਦੀ ਕਦਾਈ ਕੋਈ ਸਰਦਾਰ ਉਧਰੋਂ ਦੀ ਲੰਘਦਾ, ਮਹਾਰਾਣੀ ਜਿੰਦ ਕੌਰਾਂ ਨੂੰ ਮਿਲਣ ਦੀ ਖਾਸ਼ ਪ੍ਰਗਟ ਕਰਦਾ। ਕਈ ਵਾਰ ਕੋਈ ਨਰਮ ਦਿਲ ਆਫੀਸਰ ਉਸ ਨੂੰ ਮਿਲਾ ਦਿੰਦਾ ਤੇ ਕਈ ਵਾਰ ਨਹੀਂ ਮਿਲਾਇਆ ਜਾਂਦਾ। ਫਿਰ ਅੰਗਰੇਜ਼ਾਂ ਨੇ ਪੰਜਾਬ ਦੀ ਧਰਤੀ ਦੇ ਉੱਤੇ ਆਪਣਾ ਯੂਨੀਅਨ ਜੈਕ ਚਲਾਉਣਾ ਸੀ, ਪਰ ਕਿਸੇ ਤਰ੍ਹਾਂ ਮਹਾਰਾਣੀ ਜਿੰਦ ਕੌਰਾਂ ਕੋਈ ਬਲਵਾ ਤੇ ਖੜਾ ਨਹੀਂ ਕਰ ਰਹੀ। ਕਿਸੇ ਤਰ੍ਹਾਂ ਦਾ ਉਹਦੇ ਕੋਲੋਂ ਸਾਨੂੰ ਕੋਈ ਖਤਰਾ ਤੇ ਨਹੀਂ। ਇਸ ਗੱਲ ਦੀ ਤਸੱਲੀ ਕਰਨ ਵਾਸਤੇ ਉਹਨਾਂ ਨੇ ਇੱਕ ਹੁਕਮ ਚਾੜਿਆ ਕਿ ਮਹਾਰਾਣੀ ਜਿੰਦ ਕੌਰਾਂ ਦੀ ਜਾਮਾ ਤਲਾਸ਼ੀ ਲਈ ਜਾਵੇ। ਜਾਮਾ ਤਲਾਸ਼ੀ ਨੇ ਤੁਸੀਂ ਸਮਝਦੇ ਹੋ, ਜਾਮਾ ਤਲਾਸ਼ੀ ਦਾ ਮਤਲਬ ਹੈ ਜਦੋਂ ਇਨਸਾਨ ਦੀ ਤਲਾਸ਼ੀ ਲਈ ਜਾਂਦੀ ਹੈ ਉਹਦੇ ਤਨ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਕੱਪੜਾ ਨਹੀਂ ਰਹਿਣ ਦਿੱਤਾ ਜਾਂਦਾ, ਉਹਨੂੰ ਨਿਰਵਸਤਰ ਕੀਤਾ ਜਾਂਦਾ। ਪੰਜਾਬੀਆਂ ਦੀ ਰਾਜ ਮਾਤਾ ਜਿਹਦੇ ਪਤੀ ਦਾ ਰਾਜ ਭਾਗ 1,45,000 ਮਰਬਾ ਮੀਲ ਰਾਜ ਭਾਗ ਦੇ ਉੱਤੇ ਸੀ, ਜਿਸ ਪੰਜਾਬੀ ਬਾਦਸ਼ਾਹ ਨੇ ਅਨੇਕਾਂ ਹੀ ਦੇਵੀਆਂ ਦੀ ਪੱਤ ਬਚਾਈ ਹੋਵੇ, ਅੱਜ ਉਸ ਦੀ ਆਪਣੀ ਮਹਾਰਾਣੀ ਮਹਿਬੂਬਾ ਮਹਾਰਾਣੀ ਜਿੰਦ ਕੌਰਾਂ ਬੇਪੱਤ ਹੋਣੀ ਹੈ। 14 ਜੁਲਾਈ ਵਾਲੇ ਦਿਨ ਅੰਮ੍ਰਿਤ ਵੇਲੇ ਮਹਾਰਾਣੀ ਜਿੰਦ ਕੌਰਾਂ ਨੂੰ ਇਹ ਹੁਕਮ ਮਿਲਿਆ, ਮਹਾਰਾਣੀ ਸਾਹਿਬਾਂ ਤੁਹਾਡੀ ਤਲਾਸ਼ੀ ਲਈ ਜਾਵੇਗੀ, ਤੁਹਾਡੇ ਕਮਰੇ ਦੀ, ਤੁਹਾਡੇ ਸਮਾਨ ਦੀ ਔਰ ਤੁਹਾਡੇ ਵਸਤਰਾਂ ਦੀ। ਇਸ ਕਰਕੇ ਤੁਹਾਡੀ ਭਲਾਈ ਇਸ ਵਿੱਚ ਹੈ ਕਿ ਤੁਸੀਂ ਸਾਨੂੰ ਸਹਿਯੋਗ ਦਿਓ। ਐਨਲੀ ਔਰ ਸਵੈਨਲੀ ਦੋ ਮੇਮਾਂ ਮਹਾਰਾਣੀ ਜਿੰਦ ਕੌਰਾਂ ਦੇ ਕੋਲ ਆਈਆਂ।
ਸ਼ਾਹਾਨਾ ਹੁਕਮ ਦੇ ਵਿੱਚ ਉਹਨਾਂ ਨੇ ਮਹਾਰਾਣੀ ਜਿੰਦ ਕੌਰ ਨੂੰ ਆਪਣੇ ਵਸਤਰ ਉਤਾਰਨ ਵਾਸਤੇ ਆਖਿਆ। ਪੰਜਾਬੀਆਂ ਦੇ ਰਾਜ ਭਾਗ ਵਿੱਚ ਔਰਤ ਦੇ ਸਿਰ ਦੇ ਉੱਤੋਂ ਕਿਸੇ ਨੂੰ ਪੱਲਾ ਲਾਉਣ ਦੀ ਇਜਾਜ਼ਤ ਨਹੀਂ ਸੀ, ਨਾ ਕੋਈ ਕਿਸੇ ਔਰਤ ਦੇ ਸਿਰ ਤੋਂ ਪੱਲਾ ਉਤਾਰ ਸਕਦਾ ਸੀ। ਮਹਾਰਾਣੀ ਜਿੰਦ ਕੌਰ ਇਕੱਠੀ ਹੋ ਕੇ ਆਪਣੇ ਹੱਥ ਆਪਣੀ ਹਿੱਕ ਦੇ ਨਾਲ ਲਾ ਕੇ ਖਲੋਤੀ ਹੋਈ ਹੈ, ਜਾਂ ਐਨਲੀ ਔਰ ਸਵੈਲਣੀ ਨੇ ਕੋਲ ਆਣ ਕੇ ਮਹਾਰਾਣੀ ਜਿੰਦ ਕੌਰਾਂ ਦੇ ਸਿਰ ਦੇ ਉੱਤੇ ਲਿਆ ਹੋਇਆ ਪੱਲਾ ਖਿੱਚ ਕੇ ਧਰਤੀ ਦੇ ਉੱਤੇ ਸੁੱਟ ਦਿੱਤਾ। ਮਹਾਰਾਣੀ ਜਿੰਦ ਕੌਰਾਂ ਦੀਆਂ ਚੀਕਾਂ ਨਿਕਲ ਗਈਆਂ। ਉਹਨੇ ਧਾਂ ਮਾਰ ਕੇ ਆਖਿਆ, ਕਹਿਣ ਲੱਗੀ, ਮਹਾਰਾਜਾ ਸਾਹਿਬ, ਅੱਜ ਮੈਨੂੰ ਪਤਾ ਲੱਗਾ ਤੁਸੀਂ ਮਰ ਗਏ ਹੋ। तलाशी शर्म नाल जिंदा पर लाई, रानी शेर पंजाब दी मल्ला सिंह जाई। रानी शेर पंजाब दी मल्ला सिंह जाई, अजमान जीत सिंह कूक सुनाई। मैं एक दिन बचन किया सी तुहाडे नाल, पंजाब दी धरती दे उत्ते जिस औरत का पति मर जाए, भावें करोड़ों रुपया की जायदाद की मालिक क्यों ना होवे, दुनिया के लोग कहते हैं सिरों नंगी हो गई। वो समझती है मेरा पति मर गया। कदी तुसी एक इतिहासक तथ्य पढ़ के वेखो या सुनने का यतन करो। भरे दरबार च द्रौपदी का चीर हरण किया गया। भगवान ने पर्दा कज लिया, द्रौपदी वापस आई, ਉਹਦੇ पति पंजे पति ਉਹਦੇ सामने खलोते हैं, और रो रही है। मन कुछ हल्का होया, ਉਹਦੇ पति अर्जुन ने आख्या जरा धनुषधारी सी, कहंदा अच्छा तुसी इदां करो, हुण सिर ते पल्ला लाओ, अपने केस बन लो। उन्हें आख्या नहीं, मैं अपने केस नहीं बनने, ना मैं सिर ते पल्ला लेना है, सिरों नंगी रवांगी। भीम ने आख्या, कहंदा तुहानू पता होना चाहिए औरत किहड़ी सिरों नंगी रहिंदी है। उन्हें क्रोध नाल वेख्या अपने पति भीम वाल, कहन लगे किहड़ी रहिंदी है। ते धर्मपुत्र युधिष्ठिर ने आख्या, कहन लगा जिवें औरत दा पति मर जावे वो सिरों पल्ला ला लैंदी। असी ते 5 जूंदे आ, तुसी केस खुले छड्डे ने, सिरों नंगे हो। द्रौपदी ने आख्या, कहन लगी डुब के मर जाओ आहो जो जूंदे। जे जूंदे हुंदे फिर दुशासन की जरूरत ना पैंदी, मैनू केसां चों फड़ के सभा विच लै जांदा। इह दृश्य नूं हजूर पिता गुरु कलगीधर पातशाह के कवियों 52 कवियों एक कवि भाई धन्ना सिंह ने लिखे। उन्हें आख्या, एक पति होते नारी पेखी ना नग्न होती, पंचन की आली पंचाली कहलाई मैं। पिता
पितामा परे पिता जो की सभा बीच देख रहे अनीत नगर होवने को आई मैं जारे नीच लीर चीर तोहे मोहे कौन धीर एते बीरन की आज जो चुकाई मैं सबू ठुकराई पिखापनी अदमताई दीनन सहाई कृष्ण तूने भी बुलाई मैं भगवान मैंने तू भी बुला दिता मेरे पंजे पति मर गए ने जूंदे नहीं ये मरे ने उन्हें आख्या तुसी मर गए हो ता किसी की जरूरत पई है मेरे साड़ी दे पल्ले नूं हथ लाया ता मैनू दुशासन ने केसा तो फड़ के सभा च खड़े ता दुर्योधन थापियां मार के कहंदा सी तैनूं मैं अपने पट दे उत्ते बिठा लेना तुहाडे सारे दे सामने ते जूंदा पति कदी ये गल बर्दाश्त नहीं करता तुसी मर गए जे उन्हें आख्या फिर हुण होर की हो की सकदा है कहंदी जिन्ना हत्यारियां ने मेरे केसां नूं हथ लाया मेरी साड़ी दा पल्ला खिंचिया इन्हां दी छाती दा खून मैनूं लिया के दिओ मैं अपने केसां नूं लावांगी फिर अपने केस बन्नांगी वरना उन्हां चिर अपने केस खुले छड्डांगी महाराणी जिंद कौरां ते अज इन्नी गल भी नहीं सी आख सकदी ਉਹ ਕਿਹਨੂੰ ਆਖੇ महाराणी जिंद कौरां दे जदों वस्त्र उतारे गए उन्हें ताई मार के आख्या कहन लगी महाराजा साहब मैनू नहीं सी पता कि मेरी सरदारी तुहाडे नाल ही तुसी चले गए मेरी सरदारी चले गई मैनू नहीं सी पता कि देश का कानून औरतां दे नाल इदां भी करदा है तुहाडे चले जान तो बाद दौलत दे भंडारे मेरे कोल सन मेरा पुत मेरे कोल सी मैं तुहाडा विछोड़ा बर्दाश्त कर गई पर महाराजा साहब अज नहीं हुण बर्दाश्त नहीं हुंदा मैनू अज पता लग गया तुसी मर गए हो महारानी जिंद करो की कह रही है शर्म करो सत्संग अज मोया रणजीत सिंह कूक सुनाई जिन्ना हस जोड़िया ना अख उठाई जिन्ना ओदे जोड़िया ना अख उठाई मैं पिछो शेर दी ओ ना बतलाई पिछों शेर दी ओ ना बतलाई जिन्ना हसस नाल सी तू आई लाई
जिन्ना हसन नाल सी तू यारी लाई तकला कंता मेरिया उन्हें कहीं नवाई कंता मेरे उन्हें कहीं नवाई तेरा बजो जापदा मैनू जगत गोसाई तेरे बाजों जापदा मैनू जगत कसाई मेरी हुक्म सलाम दी हर जेली पाई मैली हुक्म चलावंदी हर जेली पाई किस्मत वारन हो गई फिर खून तिहाई किस्मत वारन हो गई फिर खून तिहाई महाराणी जिंद कौरां दीयां चीकां उदों सहारियां नहीं संजा रहीआं। दरअसल ये पत महाराणी जिंद कौरां दी नहीं सारे पंजाब दी लथी है। आप जी नूं याद होवेगा इंडिया दा रक्षा मंत्री जॉर्ज फर्नांडिस एक बार अमेरिका गया, एयरपोर्ट ते रोक के उसकी तलाशी ली गई सी। सारा हिंदुस्तान चीका मार उठिया सी और दुहाई दी सी कि साडे रक्षा मंत्री की बेइज्जती की गई है। ओदी बेइज्जती नहीं, सारे हिंदुस्तान की बेइज्जती है। जे राष्ट्रपति अब्दुल कलाम गया ओदी तलाशी ली गई, उदों भी हिंदुस्तान कुरला उठिया सी और करलाउणा बनता भी सी। देश का राष्ट्रपति होवे ओदी कोई तलाशी लवे साधारण व्यक्तियों वांग, यह कोई बर्दाश्त नहीं कर सकता। महाराणी जिंद कौर खालसे की राजमाता सी, साधारण मुलजमां वांग ओदी तलाशी ली गई, ओदियां चीकां निकल गईयां। फर्क इन्ना है जदों इन्हां उच्चे अहुदियां दे उत्ते मिनिस्टरां दी तलाशी ली गई तो हिंदुस्तान ने चीकां मारियां। जदों खालसे की राजमाता की तलाशी ली गई सी उदों मगरों चीक मारन वाला भी कोई नहीं सी, रोण वाला भी कोई नहीं सी, क्योंकि राज भाग कोई नहीं। अज जेकर एयरपोर्ट के उत्ते किसी की पग लगती है तलाशी ली जाती है, असी पेपरां च रौला पाउंदे हां पर साडी सुनने वाला कोई नहीं, क्योंकि साडा राज भाग कोई नहीं। साडा राज भाग होवे, साडा अपना देश होवे,
साडा अपना कानून होवे, अपना संविधान होवे, असीं भी दुनिया के लोगों को दसीए कि असीं की चीज़ हाँ। साडी पग दे उत्ते पाबंदी क्यों लगती है? कदी साडी पग दे उत्ते पाबंदी, कदी साडी गुरबाणी दे उत्ते पाबंदी, कदी साडे सुखमनी साहिब ते पाबंदी। 4 लाइनां इस विराग विच किसी विद्वान सज्जन ने लिखियां ने। नाल दे साथी सरंगी मास्टर ज्ञानी दिलबाग सिंह जी तुहाडे नाल साझा कर रहे ने। सुनो साध संगत। वार वार विरोधियां चाल चली, वार वार सिख कौम ते वार होया, कदा साडी कुर्बान ते रोक लगी, कदे साडी दस्तार ते वार होया, कदी सुखमनी साहिब ते रोक लगी, कदे आसा दीवार ते वार होया। जिथों लैंदी सी रोशनी कुल दुनिया, उस रोशन मनार ते वार होया। अस बाजियां मोड़ न जान देगा, असी बाजियां मोड़ ना जान देगा, सच्ची कहने धर्मे मान देना, जेकर जीवांगे जीवांगे अणख देना, जेकर मरांगे मरांगे शान देना, जेकर मरांगे मरांगे शान देना। आ पिछलियां 2 लाइनां हैं जिहड़ियां सानू मगरों तसल्ली दे जांदियां हन। असीं भाजियां मोड़नियां जानदे हां, जेकर जीवांगे जीवांगे अणख दे नाल, जेकर मरांगे मरांगे शान दे नाल। बस असीं मरना जानदे हां। वार वार दुनिया के लोगों ने सिख कौम दे उत्ते वार कीता। कदी जपजी साहब ते वार होण लग पिया, कदी आसा जी की वार दे उत्ते, कदी सुखमनी साहिब दे उत्ते, कदी सारी बाणी दे उत्ते, कदी बाणे दे उत्ते। ये वार हुण भी हुंदे ने, पुरातन समय विच भी हुंदे सन। मुकदी गल मैं अपने मजमून वाल मुड़ा। खालसे दी राज माता दी तलाशी लई गई, ओदियां चीकां सुनने वाला कोई नहीं, ओदे कोल कोई इतराज, एक चिट्ठी नहीं मिली, कुछ भी नहीं मिलिया। इतिहासकारां इत्थों तक लिखिया कि महाराणी जिंद कौरां दे लंबे केस सन, जिन्हें बड़े सवार के बधे हुए सन। बेहद सुंदर सी महाराणी जिंद कौरां। ਉਹਦੇ ਭਾਰੇ ਕੇਸਾਂ ਦਾ ਜੂੜਾ ਵੀ ਖਲਵਾ ਦਿੱਤਾ ਗਿਆ ਕਿ ਕਿਤੇ ਕੇਸਾਂ 'ਚ ਕੋਈ ਪੱਤਰਕਾ ਨਾ ਹੋਵੇ। ਜਦੋਂ ਕੋਈ ਇਤਰਾਜ਼ਯੋਗ ਚਿੱਠੀ ਨਾ ਮਿਲੀ, ਇਹ ਰਿਪੋਰਟ ਲਾਹੌਰ ਪਹੁੰਚੀ ਕਿ ਮਹਾਰਾਣੀ ਜਿੰਦ ਕੌਰਾਂ ਦੇ ਕੋਲ ਕੋਈ ਐਸਾ ਦਸਤਾਵੇਜ਼ ਨਹੀਂ ਮਿਲਿਆ ਜਿਹਦੇ ਨਾਲ ਅੰਗਰੇਜ਼ੀ ਸਰਕਾਰ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਹੋਵੇ। ਪਰ ਅੰਗਰੇਜ਼ ਰੈਜ਼ੀਡੈਂਸ ਨੇ ਇੱਕ ਹੋਰ ਹੁਕਮ ਚਾੜ ਦਿੱਤਾ। ਉਹ ਹੁਕਮ ਇਹ ਸੀ कि महाराणी जिंद कौरा बनारस के किले विच भी साडे वास्ते खतरा है, इस करके इसनूं इत्थों कढ के चुनार के किले च भेज दिता जावे। ये चुनार का किला है, 2-3 स्थान सन जिथे अंग्रेज उस बंदे नूं भेजदे सन जिन्हों चाहुंदे सन कि जिउंदे जी मुड़ के सानूं इहदे दर्शन ना होण। ਉਹ ਸੀ अंडेमान निकोबार जिन्हों काला पानी आखदे हन। ਉਹ ਸੀ चुनार का किला। ਜਦੋਂ ਅਸੀਂ ਅੰਮ੍ਰਿਤਸਰ ਤੋਂ ਹਾਵੜਾ ਮੇਲ ਤੇ ਬੈਠਦੇ ਹਾਂ, ਉਹ ਕਲਕੱਤੇ ਨੂੰ ਜਾਂਦੀ ਹੈ ਤੇ ਰਸਤੇ 'ਚ ਇੱਕ ਸਟੇਸ਼ਨ ਆਉਂਦਾ ਚੁਨਾਰ। ਜਦੋਂ ਮੈਂ ਉਹਦੇ ਬਾਰੇ ਪੜ੍ਹਿਆ, ਕਈ ਵਾਰ ਮੁਸਾਫਰ ਮਿਲ ਜਾਂਦੇ ਹਨ, ਭਾਵੇਂ ਉਸ ਪਾਸੇ ਨੂੰ ਜਾਣ ਦਾ ਮੌਕਾ ਮਿਲਿਆ ਪਰ ਰਾਤ ਨੂੰ ਹੀ ਉਹ ਸਟੇਸ਼ਨ ਲੰਘ ਜਾਂਦਾ ਹੈ। ਕਈਆਂ ਵੀਰਾਂ ਨੂੰ ਪੁੱਛਣ ਦਾ ਯਤਨ ਕੀਤਾ ਉਸ ਕਿਲੇ ਦੇ ਬਾਰੇ। ਉਹ ਕਿਲਾ ਜਿੱਥੇ ਮਹਾਰਾਣੀ ਜਿੰਦ ਕੌਰਾਂ ਨੂੰ ਭੇਜਿਆ ਗਿਆ। दिन है 6 अप्रैल सन 1849। महाराणी जिंद कौरा चुनार के किले विच है। यह किला अज भी मौजूद है, उस तरह का ही बनया हुआ। वह बारक जिथे महाराणी जिंद कौरा कैद की गई,
ਉਹਦੇ ਬਿਲਕੁਲ ਨਾਲ ਖਹਿੰਦਾ ਦਰਿਆ ਜਿਹੜਾ ਅੱਜ ਹਟਵਾ ਹੋ ਚੁੱਕਾ ਵਿਸ਼ਨੂਮਤੀ, ਜਿਹਦੀਆਂ ਛੱਲਾਂ ਆਣ ਕੇ ਦਰਿਆ ਦੇ ਨਾਲ ਖਹਿੰਦੀਆਂ ਸਨ। ਹੁਣ ਮਹਾਰਾਣੀ ਜਿੰਦ ਕੌਰਾਂ ਦੀ ਪੈਨਸ਼ਨ ਵੀ ਘਟਾ ਦਿੱਤੀ ਗਈ ਔਰ ਮਹਾਰਾਣੀ ਜਿੰਦ ਕੌਰਾਂ ਦੇ ਕੋਲ ਸਿਰਫ 2 ਗੋਲੀਆਂ ਸਨ, ਇੱਕ ਦਾ ਨਾਂ ਸ਼ਾਮੋ ਤੇ ਦੂਜੇ ਦਾ ਨਾਂ ਗੋਮਤੀ। ਜਦੋਂ ਚਨਾਰ ਦੇ ਕਿਲੇ 'ਚ ਮਹਾਰਾਣੀ ਜਿੰਦ ਕੌਰਾਂ ਪਹੁੰਚ ਗਈ, ਸ਼ਾਮ ਨੂੰ ਖੁੱਲੀ ਜਗ੍ਹਾ ਦੇ ਉੱਤੇ ਆਕਾਸ਼ ਵੱਲ ਵੇਖਿਆ ਮਹਾਰਾਣੀ ਜਿੰਦ ਕੌਰਾਂ ਨੇ। ਆਪਣੀਆਂ ਦੋਵਾਂ ਦਾਸੀਆਂ ਨੂੰ ਕੋਲ ਸੱਦ ਕੇ ਕਹਿਣ ਲੱਗੀ, ਸ਼ਾਮੋ ਜੀ ਮਹਾਰਾਣੀ ਸਾਹਿਬਾਂ, ਗੋਮਤਾ ਜੀ ਮਹਾਰਾਣੀ ਸਾਹਿਬਾਂ। ਕਹਿਣ ਲੱਗੀ, ਨਹੀਂ, ਹੁਣ ਤੁਸੀਂ ਮੈਨੂੰ ਮਹਾਰਾਣੀ ਨਾ ਆਖਿਆ ਕਰੋ, ਨਾ ਮੈਂ ਤੁਹਾਡੀ ਮਹਾਰਾਣੀ ਹਾਂ, ਨਾ ਤੁਸੀਂ ਮੇਰੀਆਂ ਦਾਸੀਆਂ ਜੇ, ਹੁਣ ਅਸੀਂ ਭੈਣਾਂ ਹਾਂ। ਕਹਿਣ ਲੱਗੀ, ਗੋਮਤਾ ਆਕਾਸ਼ ਵੱਲ ਵੇਖ। ਉਹਨੇ ਵੇਖਿਆ, ਕਹਿਣ ਲੱਗੀ, ਕੁਝ ਵੇਖਿਆ? ਕਹਿਣ ਲੱਗੀ, ਹਾਂ। ਕੀ ਵੇਖਿਆ? ਕਹਿਣ ਲੱਗੀ, ਮਹਾਰਾਣੀ ਸਾਹਿਬਾਂ, ਸ਼ਾਮ ਦਾ ਸਮਾਂ ਹੈ, ਇਹ ਪਰਿੰਦੇ ਆਪਣੇ ਘਰਾਂ ਨੂੰ ਜਾ ਰਹੇ ਨੇ, ਕਾਵਾਂ ਦੀਆਂ ਡਾਰਾਂ ਦੂਰੋਂ ਉੱਡਦੀਆਂ ਹੋਈਆਂ ਆਪਣੇ ਘਰਾਂ ਵੱਲ, ਆਪਣੇ ਆਲਣਿਆਂ ਵੱਲ, ਆਪਣੇ ਬੱਚਿਆਂ ਕੋਲ ਜਾ ਰਹੇ ਹਨ। ਮਹਾਰਾਣੀ ਜਿੰਦ ਕੌਰਾਂ ਨੇ ਆਖਿਆ, ਮੇਰੇ ਨਾਲ ਤੇ ਕਾਂ ਚੰਗੇ, ਮੇਰੇ ਨਾਲ ਤੇ ਪੰਛੀ ਚੰਗੇ, ਇਹ ਆਜ਼ਾਦ ਫਿਜ਼ਾ ਵਿੱਚ ਉੱਡਦੇ ਹਨ, ਸਾਰਾ ਦਿਨ ਚੋਗ ਚੁੱਕ ਕੇ ਸ਼ਾਮ ਨੂੰ ਆਪਣੇ ਬੱਚਿਆਂ ਕੋਲ ਜਾਂਦੇ ਹਨ, ਉਹਨਾਂ ਦੇ ਚੁੰਝਾਂ ਵਿੱਚ ਸਾਰਾ ਦਿਨ ਦਾ ਭਰਿਆ ਹੋਇਆ ਖਾਣਾ ਜਾ ਕੇ ਉਗਲਛਦੇ ਹਨ। ਸ਼ਾਮੋਂ ਮੇਰਾ ਪੁੱਤ ਪਤਾ ਨਹੀਂ ਮੇਰੇ ਕਿਸ ਹਾਲ ਵਿੱਚ ਹੋਵੇਗਾ, ਉਹਦੇ ਹੰਝੂ ਕੌਣ ਪੂੰਝਦਾ ਹੋਵੇਗਾ, ਉਹਨੂੰ ਰੋਟੀ ਕੌਣ ਦਿੰਦਾ ਹੋਵੇਗਾ, ਮੇਰੇ ਬਗੈਰ ਇੱਕ ਪਲ ਨਹੀਂ ਸੀ ਖਲੋਂਦਾ, ਉਹ ਕਿੱਧਰ ਨੂੰ ਜਾਂਦਾ ਹੋਵੇਗਾ। ਸ਼ਾਮੋਂ ਦਰਿਆ ਦੀਆਂ ਛੱਲਾਂ ਸੁਣੀਆਂ? ਉਹਨੇ ਆਖਿਆ, ਹਾਂ ਮਹਾਰਾਣੀ ਸਾਹਿਬਾਂ। ਕਹਿੰਦੀ ਇਹ ਕਿਲੇ ਨਾਲ ਟਕਰਾ ਰਹੀਆਂ ਨੇ, ਡਰਾਉਣੀ ਆਵਾਜ਼ ਪੈਦਾ ਕਰ ਰਹੀਆਂ ਨੇ, ਇਹਨਾਂ ਦੇ ਉੱਤੇ ਕੋਈ ਪਾਬੰਦੀ ਨਹੀਂ। ਪਤਾ ਕਿਉਂ? ਦਾਸੀਆਂ ਡਰ ਗਈਆਂ, ਉਹਨਾਂ ਨੂੰ ਮਹਿਸੂਸ ਹੋਇਆ ਮਹਾਰਾਣੀ ਜਿੰਦ ਕੌਰਾਂ ਆਪਣਾ ਦਿਮਾਗੀ ਸੰਤੁਲਨ ਗਵਾ ਚੁੱਕੀ ਹੈ। ਉਹਨਾਂ ਹੱਥ ਜੋੜ ਕੇ ਆਖਿਆ, ਮਹਾਰਾਣੀ ਸਾਹਿਬਾ, ਸ਼ਾਮ ਦਾ ਵਕਤ ਹੈ, ਵਾਹਿਗੁਰੂ ਵਾਹਿਗੁਰੂ ਕਰੋ, ਰਹਿਰਾ ਸਾਹਿਬ ਦਾ ਜਾਪ ਕਰੋ। ਉਹਨੇ ਆਖਿਆ, ਨਹੀਂ ਸ਼ਾਮੋਂ, ਮੈਨੂੰ ਗੱਲਾਂ ਕਰ ਲੈਣ ਦੇ, ਇਹ ਛੱਲਾਂ ਦਰਿਆ ਦੇ ਕਿਲੇ ਨਾਲ ਵੱਜ ਰਹੀਆਂ ਨੇ, ਭਲਾ ਕਿਉਂ? ਗੋਮਤੀ ਨੇ ਆਪਣੇ ਹੰਝੂ ਪੂੰਝਦਿਆਂ ਹੋਇਆ ਗੱਜ ਭਰ ਕੇ ਆਖਿਆ, ਮਹਾਰਾਣੀ ਸਾਹਿਬਾ ਕਿਉਂ? ਉਹਨੇ ਆਖਿਆ, ਆਜ਼ਾਦ ਨੇ, ਇਹ ਘਰਾਂ ਦੇ ਘਰ ਢਾ ਦੇਣ, ਇਹਨਾਂ ਤੇ ਕੋਈ ਕਾਨੂੰਨ ਲਾਗੂ ਨਹੀਂ, ਇਹ ਪਿੰਡਾਂ ਦੇ ਪਿੰਡ ਉਜਾੜ ਦੇਣ, ਇਹਨਾਂ ਨੂੰ ਕੋਈ ਸਜ਼ਾ ਨਹੀਂ, ਇਹਨਾਂ ਛੱਲਾਂ ਦੇ ਰਸਤੇ 'ਚ ਜਿਹੜਾ ਵੀ ਆਇਆ ਇਹਨੂੰ ਆਪਣੇ ਨਾਲ ਰੋੜ ਕੇ ਲੈ ਜਾਣ, ਇਹਨਾਂ ਨੂੰ ਕੋਈ ਸਜ਼ਾ ਨਹੀਂ, ਕਿਉਂਕਿ ਆਜ਼ਾਦ ਹਨ। ਗੋਮਤਾ, ਮੈਂ ਗੁਲਾਮ ਹਾਂ, ਮੈਂ ਕਿਸੇ ਦਾ ਘਰ ਨਹੀਂ ਢਾਇਆ, ਮੈਂ ਕਿਸੇ ਦਾ ਦਿਲ ਨਹੀਂ ਦੁਖਾਇਆ, ਮੈਂ ਕਿਸੇ ਨੂੰ ਕੁਝ ਨਹੀਂ ਆਖਿਆ, ਪਰ ਮੈਂ ਕੈਦ ਹਾਂ ਕਿਉਂਕਿ ਮੈਂ ਗੁਲਾਮ ਹਾਂ, ਮੈਂ ਆਜ਼ਾਦ ਨਹੀਂ, ਸਾਡਾ ਰਾਜ ਨਹੀਂ, ਸਾਡਾ ਭਾਗ ਨਹੀਂ, ਸਾਡਾ ਕੁਝ ਵੀ ਨਹੀਂ। ਗੋਮਤੀ ਨੇ ਹੌਸਲਾ ਕਰਕੇ ਆਖਿਆ, ਕਹਿਣ ਲੱਗੀ, ਮਹਾਰਾਣੀ ਸਾਹਿਬਾ ਤੁਸੀਂ ਚਾਹੁੰਦੇ ਕੀ ਹੋ? ਮਹਾਰਾਣੀ ਜਿੰਦ ਕੌਰਾਂ ਨੇ ਆਖਿਆ, ਗੋਮਤਾ, ਮੈਂ ਚਾਹੁੰਦੀ ਹਾਂ ਜਾਂ ਤੇ ਮੈਂ ਹੁਣ ਮਰ ਜਾਵਾਂਗੀ ਤੇ ਜਾਂ ਫਿਰ ਇਸ ਕੈਦ ਵਿੱਚ ਨਹੀਂ ਰਹਾਂਗੀ, ਮੈਂ ਆਜ਼ਾਦ ਹੋ ਜਾਵਾਂਗੀ। ਤੀਸਰੀ ਗੱਲ ਦਾ ਮੈਨੂੰ ਪਤਾ ਨਹੀਂ, ਮੈਂ ਹੁਣ ਕੈਦ ਵਿੱਚ ਰਹਿ ਕੇ ਮਰਨਾ ਨਹੀਂ ਚਾਹੁੰਦੀ, ਮੈਂ ਇੱਕ ਵਾਰ ਜ਼ਿੰਦਗੀ ਦਾ ਜੂਆ ਖੇਡਣਾ ਚਾਹੁੰਦੀ ਹਾਂ। ਕੱਲ ਦੇ ਦੀਵਾਨ ਵਿੱਚ ਮਹਾਰਾਣੀ ਜਿੰਦ ਕੌਰਾਂ ਜੋ ਜ਼ਿੰਦਗੀ ਦਾ ਜੂਆ ਖੇਡਦੀ ਹੈ, ਉਹਦਾ ਵੇਰਵਾ ਮੈਂ ਤੁਹਾਡੇ ਚਰਨਾਂ 'ਚ ਰੱਖਣ ਦਾ ਯਤਨ ਕਰਾਂਗਾ। ਆ ਬੜੇ ਆਨੰਦਮਈ ਤਰੀਕੇ ਨਾਲ ਬੈਠੇ ਹੋ, ਵਾਹਿਗੁਰੂ ਕਿਰਪਾ ਕਰਨ, ਸਾਰਿਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ। ਦਰਦ ਭਰੀ ਦਾਸਤਾਨ, ਦਿਲ ਨੂੰ ਦਹਿਲਾ ਦੇਣ ਵਾਲੀ ਦਾਸਤਾਨ, ਕਦੀ ਤੁਸਾਂ ਨੇ ਇਹਨੂੰ ਆਪ ਪੜ੍ਹ ਕੇ ਦਾ ਆਨੰਦ ਲੈਣਾ ਹੋਵੇ। ਮੈਂ ਪਹਿਲਾਂ ਵੀ ਇੱਕ ਦਿਨ ਬੇਨਤੀ ਕੀਤੀ ਸੀ, ਅੱਜ ਵੀ ਕਰਦਾ ਹਾਂ, ਗਿਆਨੀ ਤਰਲੋਕ ਸਿੰਘ ਤੂਫਾਨ ਦੀ ਲਿਖੀ ਹੋਈ ਮਹਾਰਾਣੀ ਜਿੰਦਾਂ, ਉਹਨੂੰ ਜ਼ਰੂਰ ਪੜ੍ਹਨ ਦਾ ਯਤਨ ਕਰਨਾ, ਅੱਖਰ ਅੱਖਰ ਤੁਹਾਡੇ ਸਾਹਮਣੇ ਆ ਜਾਵੇਗਾ। ਹੋਈਆਂ ਭੁੱਲਾਂ ਦੀ ਮੈਂ ਤੁਹਾਡੇ ਪਾਸੋਂ ਖਿਮਾ ਮੰਗਦਾ ਹਾਂ। ਢਾਡੀ ਸਿੰਘਾਂ ਪਾਸੋਂ ਆਨੰਦ ਸਾਹਿਬ ਦਾ ਜਾਪ ਸਰਵਣ ਕਰੋ।
ਤੇ ਕੀਰਤਨ ਦੀ ਸਮਾਪਤੀ ਦੀ ਦਾਸ ਨਾਲ ਫਤਿਹ ਸਾਂਝੀ ਕਰੋ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।